ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਆਏ। ਵੈਸੇ ਹੀ ਅਸੀਂ ਸਾਰਿਆਂ ਨੇ ਸੋਚਿਆ ਵੀ ਬਹੁਤ ਦੇਰ ਹੋ ਗਈ ਇਲੈਕਸ਼ਨ ਤੋਂ ਬਾਅਦ ਕੋਈ ਆਪਸੀ ਵੀ ਮੀਟਿੰਗ ਨਹੀਂ ਹੋਈ, ਸਾਰੇ ਸਾਡੇ ਮੀਡੀਆ ਦੇ ਸਾਥੀਆਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਅੱਜ ਇੱਕ ਬੜੇ ਪੁਰਾਣੇ ਚੱਲ ਰਹੇ ਮੁੱਦੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਸਰਦਾਰ ਜਥੇਦਾਰ ਕੁਲਵੰਤ ਸਿੰਘ ਮੰਨਣ ਜੀ ਸਾਡੇ ਸ਼ਹਿਰ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ, HS ਵਾਲੀਆ ਜੀ ਸੀਨੀਅਰ ਲੀਡਰ, ਡਾਕਟਰ ਥਿੰਦ ਜੀ, ਹੰਸਰਾਜ ਰਾਣਾ ਜੀ, ਚੰਦਨ ਗਰੇਵਾਲ ਜੀ ਬਸ ਹੁਣੀ ਆ ਰਿਹਾ। ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੈ ਕਿ ਪਿਛਲੀ ਕਾਂਗਰਸ ਸਰਕਾਰ 'ਚ 2017 ਤੋਂ ਹੀ ਸਕਾਲਰਸ਼ਿਪ ਦੇ ਘਪਲਿਆਂ ਦਾ ਬਹੁਤ ਵੱਡਾ ਰੌਲਾ ਰੱਪਾ ਪੈਂਦਾ ਰਿਹਾ। ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਨੂੰ ਉਠਾਇਆ, ਸੜਕਾਂ 'ਤੇ ਵੀ ਉਠਾਇਆ, ਕਿਉਂਕਿ ਲੱਖਾਂ ਦੇ ਕਰੀਬ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਪਿਛਲੀ ਸਰਕਾਰ ਦੇ ਨਲਾਇਕੀਆਂ ਕਰਕੇ, ਫਰਾਡ ਕਰਕੇ ਖਰਾਬ ਹੋਇਆ। ਤੇ ਅੱਜ ਹੀ ਤੁਸੀਂ ਵੀ ਪੜ੍ਹਿਆ ਕਿ ਉਸ ਵੇਲੇ ਦੇ ਵੈਲਫੇਅਰ ਮੰਤਰੀ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਇੱਕ ਫੋਰੈਸਟ ਦੇ ਕਿਸੇ ਫਰਾਡ ਦੇ ਸੰਬੰਧੀ। ਪਰ ਮੈਨੂੰ ਬੜੀ ਹੈਰਾਨੀ ਆ ਕਿ ਜਿਸ ਘਪਲੇ ਉੱਤੇ ਆਮ ਪਾਰਟੀ ਦੀ ਸਰਕਾਰ ਵੀ ਬੋਲਦੀ ਰਹੀ ਹੈ, ਵਿਧਾਨ ਸਭਾ 'ਚ ਵੀ ਬਾਹਰ ਵੀ, ਔਰ ਉਹ ਡਿਮਾਂਡ ਕਰਦੀ ਰਹੀ ਹੈ ਕਿ ਕਾਂਗਰਸ ਦੇ ਉਸ ਵੇਲੇ ਦੇ ਵੈਲਫੇਅਰ ਮੰਤਰੀ ਦੇ ਖਿਲਾਫ ਕਾਰਵਾਈ ਹੋਵੇ, ਫਰਾਡ ਹੋਇਆ, ਲੱਖਾਂ ਬੱਚਿਆਂ ਦਾ ਭਵਿੱਖ ਖਰਾਬ ਹੋਇਆ, ਤੇ ਅੱਜ ਉਹਨਾਂ ਨੇ ਗ੍ਰਿਫਤਾਰੀ ਉਹਦੀ ਕੀਤੀ ਆ ਇੱਕ ਫੋਰੈਸਟ ਦੇ ਕਿਸੇ ਮੁੱਦੇ 'ਤੇ। ਠੀਕ ਹੈ, ਪਰ ਸਕਾਲਰਸ਼ਿਪ ਦੇ ਮਾਮਲੇ ਨੂੰ ਕਿਉਂ ਹੁਣ ਪਿੱਛੇ ਕਰ ਦਿੱਤਾ ਗਿਆ? ਮੇਰਾ ਇਹ ਸਵਾਲ ਆ। ਔਰ ਅੱਜ ਮੇਰੀ ਡਿਮਾਂਡ ਵੀ ਹੈ, ਸਾਡੀ ਸਾਰਿਆਂ ਦੀ ਇੱਕ ਮੰਗ ਵੀ ਆ ਮੌਕੇ ਦੀ ਆਮ ਪਾਰਟੀ ਦੀ ਸਰਕਾਰ ਕੋਲ, ਕਿ ਜਿਹੜੀ ਰਿਪੋਰਟ ਕਿਰਪਾ ਸ਼ੰਕਰ ਸਰੋਜ ਐਡੀਸ਼ਨਲ ਚੀਫ ਸੈਕਟਰੀ ਨੇ ਤਿਆਰ ਕੀਤੀ ਸੀ, ਜਿਹਦੇ ਵਿੱਚ 17 ਕਰੋੜ ਰੁਪਈਆ ਗੋਸਟ ਇੰਸਟੀਚਿਊਸ਼ਨ ਨੂੰ ਜਾਰੀ ਕਰਨ ਦਾ ਮਾਮਲਾ ਆਇਆ ਸੀ, ਜਿਹਦੇ ਵਿੱਚ ਉਸ ਵੇਲੇ ਦੇ ਵੈਲਫੇਅਰ ਮੰਤਰੀ ਸਾਧੂ ਸਿੰਘ ਧਰਮਸੋਤ ਔਰ ਉਹਨਾਂ ਦੇ ਖਾਸਮ ਖਾਸ ਚੁਣਿੰਦਾ ਪਿਆਰੇ ਬਲੂ ਵਾਈਡ ਆਫਿਸਰ, ਜਿਨ੍ਹਾਂ ਨੂੰ ਉਹ ਹੱਦ ਬੰਨੇ ਟੱਪ ਕੇ ਵੀ ਉਹਨਾਂ ਨੂੰ ਸਾਰੀਆਂ ਤਾਕਤਾਂ ਦਿੰਦੇ ਸੀ, ਪਰਮਿੰਦਰ ਸਿੰਘ ਗਿੱਲ ਅਤੇ ਹੋਰ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਸ਼ੁਰੂ ਹੋਈ। ਜਦ ਕਿ ਮੌਕੇ ਦੇ ਮੁੱਖ ਮੰਤਰੀ ਜੀ ਨੇ ਵੀ ਇਹ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆਈ ਤੇ ਅਸੀਂ ਸਕਾਲਰਸ਼ਿਪ ਸਕੈਮ ਜਿਹੜਾ ਹੋਇਆ ਉਹਦਾ ਇਨਕੁਆਇਰੀ ਕਰਾਵਾਂਗੇ, ਇਨਵੈਸਟੀਗੇਸ਼ਨ ਕਰਾਵਾਂਗੇ, ਕਿਸੇ ਨੂੰ ਬਖਸ਼ਾਂਗੇ ਨਹੀਂ। ਉਸ ਰਿਪੋਰਟ ਦੇ ਉੱਤੇ ਕਿਉਂ ਕਾਰਵਾਈ ਹਾਲੇ ਤੱਕ ਸ਼ੁਰੂ ਨਹੀਂ ਹੋਈ? ਨੰਬਰ 2, ਜਦੋਂ ਪੰਜਾਬ ਵਿਧਾਨ ਸਭਾ 2022 ਦਾ ਚੋਣ ਜ਼ਾਬਤਾ ਲਾਗੂ ਹੁੰਦਾ, ਜਿਸ ਦਿਨ, ਉਸ ਤੋਂ ਠੀਕ ਇੱਕ ਦਿਨ ਪਹਿਲਾਂ ਜਲਦੀ 'ਚ ਕਾਹਲੀ 'ਚ ਸਵੇਰੇ 8 ਵਜੇ ਪੰਜਾਬ ਸਰਕਾਰ ਵੱਲੋਂ, ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਸਵੇਰੇ ਬਿਨਾਂ ਕਿਸੇ ਹੋਰ ਡਿਪਾਰਟਮੈਂਟ ਨੂੰ ਪੁੱਛਿਆ ਦੱਸਿਆ ਉਹਨਾਂ ਨੂੰ ਬੁਲਾਇਆ, ਇੱਕ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ, ਜਿਹਦੇ ਵਿੱਚ ਪੰਜਾਬ ਵਿੱਚ ਸਕਾਲਰਸ਼ਿਪ ਫੰਡਾਂ ਦਾ ਘਪਲਾ ਕਰਨ ਵਾਲੇ ਔਰ ਬਲੈਕ ਲਿਸਟਡ ਇੰਸਟੀਚਿਊਸ਼ਨ, ਜਿਨ੍ਹਾਂ ਵੱਲ ਸਰਕਾਰ ਦਾ ਕਰੀਬ 101 ਕਰੋੜ ਰੁਪਈਆ ਪੈਂਡਿੰਗ ਸੀ, ਜਿਨ੍ਹਾਂ ਨੂੰ ਬਲੈਕ ਲਿਸਟ ਕੀਤਾ ਗਿਆ ਸੀ,
सरकार दीयां हदायतां मुताबक जे 50 ਲੱਖ तो ਵੱਧ रिकवरी होवे किसी कोलों लैनी तो ਉਹਦੇ ਉੱਤੇ FIR दर्ज करनी पैंदी, गिरफ्तारी करनी पैंदी। उस कैबिनेट मीटिंग च क्योंकि पता सी भी किसी भी पल च कोड ऑफ कंडक्ट लागू हो सकता है, उस वेले दे मुख मंत्री चन्नी जी ने, उस वेले दे वैलफेयर मंत्री वेरका जी ने उन्हां ब्लैक लिस्टिड इंस्टीट्यूशन नूं छड़ दिता, उन्होंने वेव ऑफ करता 101 करोड़ रुपये, जिहदे विच बठिंडे का कॉलेज भी है, जिहदे कोलों 15 साढ़े 15 करोड़ निकलता सी, उहनूं 1 करोड़ लैके छड़ दिता गया। कपूरथले का सी, जिहदे कोलों 13 करोड़ लेना सी, उहदे कोलों 1 करोड़ 4 ਲੱਖ लैके छड्डता गया। इसे तरीके नाल ही चंडीगढ़ दी एक यूनीवर्सिटी सी, उहदे कोलों भी थोड़ा जिहा 10% अमाउंट लैके उन्हां सारियां यूनीवर्सिटियां ब्लैक लिस्टिड इंस्टीट्यूशन नूं काली काली च छड्ड दिता गया। ये जिहड़ा घपला होया, ये भी एक घपला अपने आप च पिछली गौरमेंट दा, उहदे विच साबका मुख मंत्री, साबका वैलफेयर मंत्री भी शामिल है। तो अज साडी डिमांड आ पंजाब गौरमेंट कोलों कि साधु सिंह धर्मसोत उस वेले दे अधिकारी जिन्हां दे उत्ते कृपा शंकर सरोज जी ने एक जांच रिपोर्ट दित्ती सी, उहदे आधार ते परचा दर्ज किया जाए। जिहड़े लोग इहदे विच शामिल सी उन्हां नूं बुक किया जाए, तां कि उन्हां लखां बच्चे जिन्हां दा भविख खत्म हो गया, कतल कर दिता पिछली सरकार ने, वो महसूस कर सकन कि कोई कानून, कोई सरकार हैगी है। दूजा, जिहड़े साबका मुख मंत्री ने साधु सिंह धर्मसोत ते भ्रिष्ट अधिकारियों नूं क्लीन चिट दित्ती सी, इहदे विच कैप्टन अमरिंदर सिंह जी की भी पुछ-गिछ जांच होनी चाहिए, इन्वेस्टिगेशन होनी चाहिए। तो अगला जिहड़ा काली च चरणजीत सिंह चन्नी ते वैलफेयर मंत्री राजकुमार वेरका ने ये जिहड़े ब्लैक लिस्टिड इंस्टीट्यूशन नूं छड्डिया, उहदे विच किन्ने पैसिਆਂ ਦਾ लैन देन होया, उहदी जांच भी पंजाब सरकार नूं करनी चाहिए, क्योंकि एजुकेशन का मामला है, पंजाब दे बच्चों का मामला है, भविख का मामला है। सो ये 2-3 मुद्दे सी, बाकी तुसी भी। उस तो इलावा पिछले 6 साल तो लगभग बैकवर्ड क्लासिस स्टूडेंट का 38 करोड़ रुपया, OBC बच्चों का 38 करोड़ रुपया जारी नहीं किया गया। सेंटर वालों आया, वो पिछली कांग्रेस ने भी जारी नहीं किया, तो अज दी आम पार्टी की सरकार ने भी जारी नहीं किया। ये भी उस ही लाइन पर चल पाया। इसे करके साबका वैलफेयर मंत्री नूं पोस्ट मैट्रिक स्कॉलरशिप दे विच पता नहीं किहड़ी, क्योंकि जे तुसी भी वेखो जिस केस विच गिरफ्तारी हुई है वो तो थोड़े दिनों च ही बेल हो जाएगी, लेकिन स्कॉलरशिप दे विच जे इहदी इन्वेस्टिगेशन हो जाए तो इहदे विच थल्ले तो लैके उपर तक बहुत सारे एक रैकेट आ, एक जिहड़ा वो फड़िया जाएगा, और गांह कोई भी पंजाब विच इहो जिहा कोई घपला करन दा सोच नहीं सकेगा। सो दूजा, एक तो OBC बच्चों का इस गवर्नमेंट ने भी जारी नहीं किया हाले तक। 31,000 अज का मैं कह रहा हूँ, इस गवर्नमेंट का करीब 31,000 स्टूडेंट नूं उन्हां दे खाते विच पैसे ही नहीं आए। 40% जिहड़ा स्टेट गवर्नमेंट ने शेयर देना हुंदा है, ते जिहड़ा स्टेट गवर्नमेंट ने शेयर दिता वो 31,000 नूं दिते नहीं पैसे, वो पैसा वैलफेयर महकमे दीयां सैलरियां लई वरत लिया गया। जिद्दां असीं पहलां भी दोष लाउंदे सी, आम पार्टी भी उदों दोष लाउंदी सी कि फंड्स डाइवर्ट किए जाते हैं,
ਇਹ ਵੀ ਫੰਡਸ ਡਾਇਵਰਟ ਕਰਨ ਦਾ ਕੇਸ ਆ ਕਿ ਜਿਹੜਾ 31,000 ਬੱਚਾ ਜਿਹੜਾ ਆ ਉਹਦੇ ਫੰਡਸ ਉਹਨਾਂ ਨੂੰ ਨਹੀਂ ਦਿੱਤੇ ਗਏ ਤੇ ਸੈਲਰੀਜ਼ ਵਿੱਚ ਵਰਤ ਲਏ ਗਏ। ਸੋ ਇੱਕ ਵੇਰਕਾ ਸਾਹਿਬ ਜਦੋਂ ਵੈਲਫੇਅਰ ਮੰਤਰੀ ਸੀ, ਆਜੋ ਚੰਦਨ ਜੀ ਇੱਧਰ ਆਜੋ, ਜਦੋਂ ਵੇਰਕਾ ਸਾਹਿਬ ਵੈਲਫੇਅਰ ਮਿਨਿਸਟਰ ਸੀ ਤਾਂ ਉਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ। ਕਿਉਂਕਿ ਮੀਡੀਆ ਦਾ ਪ੍ਰੈਸ਼ਰ ਸੀ, ਆਪੋਜੀਸ਼ਨ ਪਾਰਟੀਆਂ ਦਾ ਪ੍ਰੈਸ਼ਰ ਸੀ ਸਕਾਲਰਸ਼ਿਪ ਦੇ ਉੱਤੇ। ਇਹ ਮੈਂ ਸਿਰਫ ਤੁਹਾਨੂੰ ਤਾਂ ਸੁਣਾ ਰਿਹਾ ਕਿਉਂਕਿ ਉਹਦੇ ਵਿੱਚ ਸਿਰਫ ਚਾਰਜ ਸ਼ੀਟ ਕੀਤਾ ਸੀ ਅਧਿਕਾਰੀਆਂ ਨੂੰ, ਜਿਨ੍ਹਾਂ ਅਧਿਕਾਰੀਆਂ ਨੂੰ ਸਾਧੂ ਸਿੰਘ ਜੀ ਬਚਾਉਂਦੇ ਹੁੰਦੇ ਸੀ। ਇਹਨਾਂ ਨੇ ਵੀ ਉਹਨਾਂ ਦੇ ਉੱਤੇ ਕੋਈ FIR ਦਰਜ ਨਹੀਂ ਕੀਤੀ, ਸਿਰਫ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹ ਕੇ ਉਹਦਾ ਵੀ ਕੁਝ ਨਹੀਂ ਬਣਿਆ ਬਾਅਦ 'ਚ। ਤੇ ਜਦੋਂ ਮੀਡੀਆ ਨੇ ਪੁੱਛਿਆ ਸੀ ਵੀ ਕਿਸੇ ਤੇ ਕੋਈ ਕਾਰਵਾਈ ਹੋਏਗੀ, ਕਹਿੰਦੇ ਜੀ ਕਰਾਂਗੇ। ਵੇਰਕਾ ਸਾਹਿਬ ਕਹਿ ਰਹੇ ਅੱਜ ਵੇਰਕਾ ਸਾਹਿਬ ਸਕਾਲਰਸ਼ਿਪ ਮਾਮਲੇ 'ਚ ਜਿਹੜਾ ਡਿਪਾਰਟਮੈਂਟ ਵੱਲੋਂ ਐਕਸ਼ਨ ਲਿਆ ਗਿਆ ਉਹਦੇ ਬਾਰੇ ਕੀ ਕਹਿਣਾ? ਬਈ ਸਕਾਲਰਸ਼ਿਪ ਦੇ ਮਾਮਲੇ ਦੇ ਅੰਦਰ ਜਿਹੜਾ ਵੀ ਗੜਬੜੀ ਹੋਈ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਦੇ ਮੈਂ ਆਦੇਸ਼ ਜਾਰੀ ਕਰ ਦਿੱਤੇ ਹੈ, ਜਿਨ੍ਹਾਂ ਦੇ ਤਹਿਤ ਅੱਜ ਕੁਝ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਪਰਮਿੰਦਰ ਸਿੰਘ ਗਿੱਲ ਇਹ ਡਿਪਟੀ ਡਾਇਰੈਕਟਰ ਹੈ, और चरणजीत सिंह DCFA हैगा, मुकेश भाटिया SO, रजिंदर लास्ट लाइन जरूर सुनो सुपरडेंट और राकेश अरोड़ा ये सीनियर असिस्टेंट है। ये तमाम अधिकारियों को जिहड़ा चार्ज शीट कर दिता गया और जिहड़े बाकी कालेज जिन्हां कोलों पैसे की रिकवरी बनती है और हुण तक जिन्हां ने जमा नहीं कराए उन्हां दे खिलाफ भी जल्दी केस दर्ज करने आदेश दिते जा रहे हैं। जिन्हें ब्लैक लास्ट लाइन कही है भी जिन्हें ब्लैक लिस्टेड कॉलेज ने रिकवरी के पैसे नहीं दिते जा रहे हैं। जब तक अनाउंस हो गया इलैक्शन तो कोड ऑफ कंडक्ट तो पहला है आप ही वापस ले लिया सारा कुछ। सो ये भी एक बहुत बड़ा घपला है तो घपला है। सो अपने वो गिद्दड़ ਸਿੰਘੀ वाले अफसरां नूं क्यों बचाया गया, हुण आ गौरमेंट भी उन्होंने बचा रही है, क्यों बचा रही है? सो ये तुहाडे कोल असीं मुख्य तौर पर लैके आए हैं इशू। सो तुहाडा सारिਆਂ ਦਾ बहुत बहुत धन्यवाद, बहुत बहुत शुक्रिया। पंजाब दे समस्यावां ਤਾਂ बहुत ने, वादे भी सरकार ने बहुत कीते हैं। हुण तुसीं भी सारे ते ओपोजिशन पार्टियां भी विधान पुछना चाहुंदा होणगीਆਂ, लेकिन सैशन हुण पहलां ਤਾਂ डिमांड करते हुंदे सी भी सैशन ਵੱਡੇ करो, हुण आप भी 2-3 दिन ਦਾ ਹੀ बुलाया। सो मैं बेनती करदा मुख मंत्री जी नूं कि सैशन ਵੱਡੇ बुलाओ ताकि सारे ही विधायक जिहड़े आ अपने अपने हल्के दी जां जिहड़े पिछले 5 साल च जो गड़बड़ियां होईयां आ उन्हां दा सारा फ्लोर दे उत्ते लेखा जोखा हो, लोकां दे सामने आवे सारा कुछ। और जिहड़े वादे भी कीते आ हुण आम पार्टी ने ਉਹਦਾ भी नाले विस्तार नाल तुसीं भी ਉਹਦਾ जवाब लै सको तो ओपोजिशन दे विधायक भी ਉਹਦਾ जवाब लै सकन जी। तीनों जी एक गल दसो, जो पुरानियां सरकारां काम करदियां सी, चाहे अकाली बीजेपी सी चाहे कांग्रेस, जो मीडिया कोई सवाल करते सी उन्हां नूं जवाब देण लई मंत्री होण विधायक होण या मुख मंत्री होण सामने आंदे सीगे। आम आदमी पार्टी का कोई भी लीडर सामने नहीं आंदा, एक PRO बाइटां भेज दिंदा है, ਉਹਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? देखो ये ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਇਹ ਸਰਕਾਰ ਬਿਲਕੁਲ ਇਹਨੂੰ ਦਿੱਲੀ हैंडल कर रहा, पंजाब ਨੂੰ ਦਿੱਲੀ हैंडल कर रही है। मिनिस्टर्स MLAs ਉਹਨਾਂ ਦੇ ਕੋਲ ਕੋਈ ਤਾਕਤ ਨਹੀਂ, ਉਹਨਾਂ ਦੇ ਤਾਂ ਮੁੱਢ ਬਿਠਾਏ ਹੋਏ ਆ ਉੱਤੇ ਦੇਖ ਰੇਖ ਕਰਨ ਵਾਲੇ। ਸੋ ਇਹਨੂੰ ਦਿੱਲੀ ਪੂਰੀ ਤਰ੍ਹਾਂ ਕੇਜਰੀਵਾਲ ਜੀ हैंडल कर ਰਹੇ ਆ। और ये हैरानी की गल ये आ, मैनू अफसोस नाल मैं कहना पै रहा कि दिल्ली दी केजरीवाल नूं पंजाब दे चुने हुए लोगों वालों चुने हुए लोगों दे विश्वास नहीं, इस करके वो बेचारे बोल ही नहीं। बोली कोई गल किसी वेले सरकार कोलों मंगी जाती है तो चलो अनसुनी कर दी जाती है या उन्होंने उहदे ते नहीं गौर किया जाता, तुहाडे वल्लों लिखती तौर पर किहड़ा मंग पत्र दिता गया कित्थे जी सरकार कि आ लो वादा पूरा करो जी या इंक्वायरी कराओ या एक्शन लो, कोई लिखती तुहाडे विच कह रहे हैं तुहाडे टाइम ते आम आदमी पार्टी तुहाडी सरकार नूं मंग पत्र दिंदी आ रही सी, तुसीं किਉਂ दित्ता? देखो हाले ना महीने 2-3 ही होए आ ते जो लॉ एंड ऑर्डर की हालत आ, जो 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 हालात आ तुहाडे सामने आ सारिਆਂ ਦੇ। जे तुसीं
ਇੱਕਦਮ ਹੀ ਤੁਸੀਂ ਬੋਲਣ ਲੱਗ ਜਾਓ, ਫਿਰ ਤੁਸੀਂ ਕਹਿਣਾ ਯਾਰ ਉਹਨਾਂ ਨੂੰ ਬੋਲ ਟਾਈਮ ਤਾਂ ਦਿਓ। ਹੁਣ ਤੁਸੀਂ ਕਹਿ ਰਹੇ ਆ ਗੱਲਾਂ ਉਹਨਾਂ ਦੇ ਵਰਕਿੰਗ ਸਟਾਈਲ ਤੇ, ਹੁਣ ਤੁਸੀਂ ਸਵਾਲ ਚੱਕ ਰਹੇ ਹੋ ਤੇ ਅਸੀਂ ਵੀ ਤੁਹਾਡੇ ਨਾਲ ਆ। ਤੇ ਹੁਣ ਤਾਂ ਮਰਡਰ ਹੋ ਰਹੇ ਆ, ਗੋਲੀਆਂ ਚੱਲ ਰਹੀਆਂ ਆ ਤੁਹਾਡੇ ਸਾਹਮਣੇ ਆ ਤਾਂ ਵੈਲਫੇਅਰ ਸਾਬਕਾ ਵੈਲਫੇਅਰ ਮੰਤਰੀ ਨੂੰ ਹੁਣ ਕੱਲ੍ਹ ਫੜਿਆ ਗਿਆ, ਇਸ ਕਰਕੇ ਸਾਨੂੰ ਅੱਜ ਗੱਲ ਕਰਨੀ ਬਣਦੀ ਹੈ ਸਾਡੀ ਜੀ। ਸਰਕਾਰ ਤੁਹਾਡੀ ਆਵਾਜ਼ ਤੇ ਕੋਈ ਐਕਸ਼ਨ ਨਹੀਂ ਚੱਕਦੀ, ਫਿਰ ਤੁਹਾਡੀ ਕੀ? ਦੇਖੋ ਇਹ ਜਿਹੜਾ ਇਸ਼ੂ ਆ ਇਹ ਅਸੀਂ ਪਿਛਲੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਬਹੁਤ ਮਜ਼ਬੂਤ ਹੋ ਕੇ ਇਰਾਦੇ ਨਾਲ ਚੁੱਕਿਆ ਸੀ ਤੇ ਇਹਦੀਆਂ ਬੜੀਆਂ ਪਰਤਾਂ ਵੀ ਅਸੀਂ ਵਿਧਾਨ ਸਭਾ 'ਚ ਖੋਲ੍ਹੀਆਂ ਸੀ। ਇਹਦੇ ਅੰਦਰ ਹੋਏ ਕਰਪਸ਼ਨ ਕਿੱਦਾਂ ਹੋਈ ਆ, ਕਿੱਦਾਂ ਗਿਣਤੀ ਘਟੀ ਆ ਬੱਚਿਆਂ ਦੀ ਪੰਜਾਬ 'ਚ ਕਾਲਜਾਂ 'ਚ। ਪਿਛਲੀ ਸਰਕਾਰ ਨੇ ਤਾਂ ਉਹਦਾ ਬਿਲਕੁਲ ਭੋਗ ਹੀ ਪਾਤਾ, ਕੁਛ ਨਹੀਂ ਕੀਤਾ, ਬਲਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਲੀਨ ਚਿੱਟ ਦੇ ਦਿੱਤੀ। ਧੂਰੀ ਇਲੈਕਸ਼ਨ ਨੂੰ ਲੈ ਕੇ ਤੇ ਇੱਕ ਮਿੰਟ ਜੀ, ਤੇ ਇਹਦੇ ਉੱਤੇ ਅਸੀਂ ਪੂਰਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਸੀਂ ਰਲ ਕੇ ਇਹਦੇ ਉੱਤੇ ਸੰਘਰਸ਼ ਕਰਾਂਗੇ, ਇਹਦੇ ਉੱਤੇ ਬੋਲਾਂਗੇ ਤੇ ਬਿਲਕੁਲ ਜੋ ਵਾਅਦੇ ਕੀਤੇ ਆਮ ਪਾਰਟੀ ਨੇ ਲੋਕਾਂ ਨਾਲ ਉਹਨੂੰ ਯਾਦ ਵੀ ਕਰਾਵਾਂਗੇ ਮੌਕੇ ਤੇ, ਉਹਨਾਂ ਨੂੰ ਮਜਬੂਰ ਵੀ ਕਰਾਂਗੇ ਇਹਨੂੰ ਲਾਗੂ ਕਰੋ। ਸੰਗਰੂਰ ਇਲੈਕਸ਼ਨ ਨੂੰ ਲੈ ਕੇ ਅਕਾਲੀ ਦਲ ਮਾਨ ਦਾ ਸਮਰਥਨ ਕਰ ਰਿਹਾ ਸੀ, ਉਹਦੇ ਵਾਸਤੇ ਕੀ ਕਹਿਣਾ? ਨਹੀਂ ਉਹ ਤਾਂ ਅਸੀਂ ਉਮੀਦਵਾਰ ਖੜਾ ਕਰਤਾ ਜੀ ਉੱਥੇ। ਉਮੀਦਵਾਰ ਖੜਾ ਕਰਤਾ, ਮਾਨ ਦਾ ਸਮਰਥਨ ਕਰਦਾ। ਮੈਂ ਕਿਹਾ ਜਦੋਂ ਉਮੀਦਵਾਰ ਹੀ ਖੜਾ ਕਰਤਾ ਤਾਂ ਜਿਹੜੀ ਮੀਟਿੰਗ ਕੀਤੀ ਸੀ, ਮੀਟਿੰਗ ਜਾਣ ਦਾ ਮਤਲਬ ਦੇਖੋ ਉਹ ਤਾਂ ਗੱਲ ਹੁਣ ਖਤਮ ਹੋ ਗਈ ਆ। ਉਸ ਵੇਲੇ ਅਸੀਂ ਇਹ ਚਾਹੁੰਦੇ ਸੀ ਕਿ ਮਾਨ ਸਾਹਿਬ ਆਪ ਵੀ ਇੱਕ ਬੰਦੀ ਸਿੱਖ ਰਹੇ ਆ, ਉਹ ਬੰਦੀ ਰਹੇ ਕਿਸੇ ਵੇਲੇ, ਉਦੋਂ ਉਹ ਵੀ ਚੋਣ ਲੜ ਕੇ ਜੇਲ੍ਹ 'ਚ ਚੋਣ ਲੜੇ ਸੀ ਤਾਂ ਉਹ ਬਾਹਰ ਆਏ ਸੀ ਤੇ ਇਸ ਵੇਲੇ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਛਡਵਾਉਣ ਵਾਸਤੇ ਮਾਨ ਸਾਹਿਬ ਨੂੰ ਇਹ ਬੇਨਤੀ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਆਪਾਂ ਬੰਦੀ ਸਿੰਘਾਂ 'ਚੋਂ ਜਾਂ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਖੜੇ ਕਰੀਏ ਸਾਰੇ ਰਲ ਕੇ। ਤੇ ਚਲੋ ਉਹ ਤਾਂ ਕਰਕੇ ਗਏ ਸੀ। ਤੁਹਾਡੀ ਹੁਣ ਗੱਲ ਉਹਨਾਂ ਨੇ ਮੰਨੀ ਨਹੀਂ? ਤੁਹਾਡੇ ਸਾਹਮਣੇ ਆ ਸਾਰਾ ਕੁਝ, ਅਸੀਂ ਉਮੀਦਵਾਰ ਖੜਾ ਕੀਤਾ। ਅਸੀਂ ਬੰਦੀ ਸਿੰਘਾਂ ਚੋਂ ਹੀ ਅਸੀਂ ਉਸ ਪਰਿਵਾਰ ਵਿੱਚੋਂ ਹੀ ਬੀਬੀ ਕਮਲਦੀਪ ਕੌਰ ਨੂੰ ਅਸੀਂ ਉਮੀਦਵਾਰ ਬਣਾਇਆ। ਆਮ ਆਦਮੀ ਪਾਰਟੀ ਦਾ ਜਿਹੜਾ ਬਿਜਲੀ ਵਾਲਾ ਸੀਗਾ ਉਹਦੇ ਉੱਤੇ ਜਿਸ ਤਰ੍ਹਾਂ ਉਹਨਾਂ ਕਿਹਾ ਸੱਤਾ ਜਾਂਦੀ ਹੈ ਕਰਾਂਗੇ ਅਸੀਂ, ਉਸ ਤੋਂ ਅਕਾਲੀ ਦਲ ਦਾ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ। ਦੇਖੋ ਗੱਲ ਇਹ ਆ, ਵੱਡੇ ਬੋਰਡ ਲੱਗੇ ਸੀ, ਹੁਣ ਤਾਂ ਬੋਰਡ ਲਾ ਵੀ ਲਏ ਹੁਣ ਇਹਨਾਂ ਨੇ। ਉਦੋਂ ਲੱਗੇ ਸੀ ਸਭ ਕੋ 300 ਯੂਨਿਟ ਬਿਜਲੀ ਮੁਫਤ, ਮਹਿਲਾਵਾਂ ਨੂੰ ਵਧਾਈਆਂ, ਲਿਖਿਆ ਹੁੰਦਾ ਸੀ ਨਾ ਥੱਲੇ ਮਹਿਲਾਵਾਂ ਨੂੰ ਵਧਾਈਆਂ। ਤੇ ਪਹਿਲਾਂ 350 ਯੂਨਿਟ ਸਾਰਿਆਂ ਨੂੰ ਕਹਿ ਦਿੱਤਾ, ਫਿਰ ਕਹਿ ਦਿੱਤਾ ਕੱਲਾ ਇੱਕ ਕੈਟਾਗਰੀ ਨੂੰ ਦਿਆਂਗੇ, ਫਿਰ ਕਹਿ ਦਿੱਤਾ ਹੁਣ ਲਾਗੂ ਆ ਸਿਰਫ 1 ਕਿਲੋਵਾਟ ਤੇ। ਉਹ ਤਾਂ ਹੁਣ ਤੁਸੀਂ ਵੀ ਮਾਮਲੇ ਨੂੰ ਚੁੱਕੋ ਨਾ, ਅਸੀਂ ਤਾਂ ਚੁੱਕਾਂਗੇ। ਅਸੀਂ ਤਾਂ ਆਪਣਾ ਫਰਜ਼, ਲੋਕਾਂ ਨੇ ਸਾਨੂੰ ਆਪੋਜੀਸ਼ਨ 'ਚ ਬਿਠਾਇਆ ਜਾਂ ਸਾਨੂੰ ਨਹੀਂ ਸਰਕਾਰ ਵਿੱਚ ਬਿਠਾਇਆ ਤਾਂ ਅਸੀਂ ਤਾਂ ਪਬਲਿਕ ਲਈ ਆਪਣਾ ਜਿਹੜਾ ਜ਼ਿੰਮੇਵਾਰੀ ਨਿਭਾਵਾਂਗੇ। ਅਸੀਂ ਵੀ ਕਰਾਂਗੇ, ਕਰ ਰਹੇ ਹਾਂ, ਸ਼ੁਰੂਆਤ ਹੀ ਹੈ ਤੇ ਇਹ ਵੀ ਸ਼ੁਰੂਆਤ ਹੀ ਹੈ। ਯਾਰ ਹੁਣ ਤੁਸੀਂ ਨਾ ਕੋਈ ਪ੍ਰਪੇਅਰ ਹੀ ਹੋ ਕੇ ਆਏ ਆ, ਤੁਸੀਂ ਆਪਣੇ ਤਰੀਕੇ ਦੀ ਗੱਲ। ਸੌਰੀ, ਮੇਰੀ ਜਿਹੜੀ ਮੈਂ ਗੱਲ ਕੀਤੀ ਆ ਬਈ ਪੰਜਾਬ ਦੀ ਗਵਰਨਮੈਂਟ ਜਿਹੜੀ ਆ ਉਹ ਉੱਤੇ ਵੀ ਕਾਰਵਾਈ ਕਰੇ, ਇਨਵੈਸਟੀਗੇਸ਼ਨ ਕਰੇ, ਕਿਉਂਕਿ ਇਸ ਵੇਲੇ ਇੱਕ ਪਾਸੇ ਤਾਂ ਕੇਂਦਰ ਦੀ ਵੀ ਈਡੀ ਦਾ ਵੀ ਡਰ ਆ ਤੇ ਇੱਧਰੋਂ ਸਟੇਟ ਗਵਰਨਮੈਂਟ ਦਾ ਵੀ ਡਰ ਆ। ਇਸ ਕਰਕੇ ਇਨਸਾਫ ਅਸੀਂ ਚਾਹੁੰਦੇ ਹਾਂ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ।